ਸ਼ਲੋਕ ਮਹਲਾ ਪਹਿਲਾ। ਸਿਮਲ ਰੁਖ ਸਰਾਏ ਰਾ, ਅਤ ਦੀਰਘ ਅਤ ਮੁੱਚ। ਓਏ ਜਿਆ ਮੈਂ ਆਸ ਕਰ, ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵੇਂ ਪਤ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕਉ, ਪਰ ਕੋ ਨਿਵੈ ਨ ਕੋਈ। ਧਰ ਤਰਾਜੂ ਤੋਲੀਐ, ਨਿਵੈ ਸਗੌਰਾ ਹੋਏ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਏ। ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੈ ਕੁਸੁਦੇ ਜਾਹੇ। ਮਹਲਾ ਪਹਿਲਾ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਮੁਖ ਝੂਠ ਬੇਪੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਗਲ ਮਾਲਾ ਤਿਲਕ ਲਿਲਾਟੰ, ਦੋਇ ਧੋਤੀ ਬਸਤਰ ਕਪਾਟੰ। ਜੇ ਜਾਣਸ ਬਰਮੰ ਕਰਮੰ, ਸਫੋਕਟ ਨਿਸ਼ਚੋ ਕਰਮੰ। ਕਹੋ ਨਾਨਕ ਨਿਹਚੋ ਧਿਆਵੈ, ਵਿਣ ਸਤਿਗੁਰ ਵਾਟ ਨ ਪਾਵੈ। ਪੌੜੀ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਪਾਵੰਦੇ, ਰਾਹ ਭੀੜੈ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ। ਕਰ ਅਵਗਣ ਪਛੋਤਾਵਣਾ, ਕਰ ਅਵਗਣ ਪਛੋਤਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲਿਓ, ਵਡਭਾਗਿਓ। ਸਤਿਗੁਰਾਂ ਦੀ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠ ਕਰਕੇ ਹਰ ਜਸ ਗਾਉਂਦਿਆਂ ਹੋਇਆਂ, ਹਰ ਜਸ ਸਰਵਣ ਕਰਦਿਆਂ ਹੋਇਆਂ ਸਤਿਗੁਰਾਂ ਦੇ ਨਾਲ ਇੱਕ ਗਲਵੱਕੜੀ ਦੇ ਵਿੱਚ ਆਉਣ ਵਾਸਤੇ, ਮਿਲਣ ਵਾਸਤੇ ਸਤਿਗੁਰਾਂ ਦੇ ਦਰ ਦੇ ਉੱਤੇ ਜੁੜ ਬੈਠਣਾ ਕਰ ਰਹੇ ਹੋ। ਲੜੀਵਾਰ ਚੱਲ ਰਹੀ ਆਸਾ ਕੀ ਵਾਰ ਦੇ ਪਾਵਨ ਪਵਿੱਤਰ ਗੁਰਸ਼ਬਦ ਵਿਚਾਰ ਦੇ ਅੰਦਰ ਕੱਲ੍ਹ ਦੇ ਦੀਵਾਨ ਦੇ ਅੰਦਰ ਸਾਹਿਬਾਂ ਦੇ ਪਾਵਨ ਪਵਿੱਤਰ 13ਵੀਂ ਪੌੜੀ ਤੇ ਨਾਲ ਸ਼ਲੋਕਾਂ ਦੇ ਵਿਚਾਰ ਕੀਤੀ ਸੀ। ਅੱਜ 14ਵੀਂ ਪੌੜੀ ਤੇ ਨਾਲ ਸ਼ਲੋਕਾਂ ਦੇ ਵਿਚਾਰ ਕਰਨੇ ਹੈ। ਇਹ ਦੋਵੇਂ ਸ਼ਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਇਸ ਪੌੜੀ ਦੇ ਨਾਲ ਅੰਕਿਤ ਨੇ। ਤੇ ਇਹਨਾਂ ਦੋਹਾਂ ਸ਼ਲੋਕਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਸਾਨੂੰ ਕੀ ਸਮਝਾਉਣਾ ਕਰਦੇ ਨੇ, ਗੁਰਦੇਵ ਪਾਤਸ਼ਾਹ ਜੀ ਦੇ ਬਚਨਾਂ ਦੇ ਅੰਦਰ ਕੀ ਸਮਝਾ ਰਹੇ ਨੇ,
ਉਹਨਾਂ ਦੇ ਵਿਚਾਰ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਗੁਰਫਤਿਹ ਪ੍ਰਵਾਨ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲੇ ਸ਼ਲੋਕ ਦੇ ਅੰਦਰ ਹੰਕਾਰ ਤੇ ਨਿਮਾਣਤਾ ਦੀ ਗੱਲ ਕੀਤੀ ਹੈ। ਨਿਮਾਣਤਾ ਦੇ ਵੱਖਰੇ ਵੱਖਰੇ ਰੂਪਾਂ ਦੀ ਗੱਲ ਕੀਤੀ ਹੈ। ਸਾਹਿਬ ਪਾਵਨ ਪਵਿੱਤਰ ਬਚਨਾਂ ਦੇ ਰਾਹੀਂ ਸਮਝਾਉਂਦਿਆਂ ਹੋਇਆਂ ਬਚਨ ਕਰਨ ਲੱਗੇ। ਸ਼ਲੋਕ ਮਹਲਾ ਪਹਿਲਾ। ਸਿੰਬਲ ਰੁਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ, ਜਾਹੇ ਨਿਰਾਸੇ ਕਿਤ। ਸਾਹਿਬਾਂ ਨੇ ਸਿੰਬਲ ਦਰਖਤ ਦੀ ਉਦਾਹਰਣ ਦਿੱਤੀ ਹੈ। ਸਿੰਬਲ ਦਾ ਰੁੱਖ ਜਿਹੜਾ ਕਿ ਬਹੁਤ ਉੱਚਾ, ਸਿੰਬਲ ਰੁੱਖ ਸਰਾਇਰਾ ਬਿਲਕੁਲ ਸਿੱਧਾ ਜਾਂਦਾ, ਬਹੁਤ ਉੱਚਾ ਹੋ ਜਾਂਦਾ ਹੈ। ਅਤ ਦੀਰਘ ਤੋਂ ਭਾਵ ਹੈ ਲੰਬਾ, ਅਤ ਮੁੱਚ ਭਾਵ ਕਿ ਆਪਸ ਵਿੱਚ ਕਾਫੀ ਆਕਾਰ ਦੇ ਵਿੱਚ ਮੋਟਾ ਵੀ ਹੋ ਜਾਂਦਾ ਹੈ। ਬਹੁਤ ਲੰਬਾ, ਇਹਦੇ ਨਾਲ ਕੋਈ ਜ਼ਿਆਦਾ ਸ਼ਾਖਾਵਾਂ ਨਹੀਂ ਹੁੰਦੀਆਂ, ਜਿਹਦੇ ਕਰਕੇ ਬਹੁਤ ਲੰਬਾ ਉੱਚਾ ਚਲਾ ਜਾਂਦਾ ਹੈ। ਓਏ ਜੀ ਆਵੇਂ ਆਸ ਕਰ, ਜਾਏ ਨਿਰਾਸੇ ਕਿਤ। ਓਏ ਤੋਂ ਭਾਵੇਂ ਪੰਛੀ ਜਾਂ ਤੋਤੇ ਇਤਿਆਦਿ ਜਿਹੜੇ ਕੁਝ ਭੁੱਖ ਲੱਗਣ ਦੇ ਉੱਤੇ, ਕਿਉਂਕਿ ਉਹਨਾਂ ਦਰਖਤਾਂ ਦੀ ਆਸ ਹੁੰਦੀ ਹੈ, ਦਰਖਤਾਂ ਦੇ ਜਾਵਾਂਗੇ, ਕੁਝ ਬੈਠਾਂਗੇ, ਕੁਝ ਖਾਵਾਂਗੇ। ਕਹਿਣ ਲੱਗੇ ਪੰਛੀ ਆਉਂਦੇ ਨੇ ਦੂਰ ਦਰੇਡਿਆਂ ਤੋਂ ਉੱਡ ਕੇ, ਕੋਈ ਫਲਾਣੀ ਜਗ੍ਹਾ ਦੇ ਉੱਤੇ ਕੋਈ ਦਰਖਤ ਹੈਗਾ, ਦੂਰ ਜਦੋਂ ਦਿਖਾਈ ਦਿੰਦਾ ਹੈ। ਲੇਕਿਨ ਜਾਹੇ ਨਿਰਾਸੇ ਕਿਤ, ਉਹ ਨਿਰਾਸ਼ ਉਦੋਂ ਹੁੰਦੇ ਨੇ ਜਦੋਂ ਉਸ ਦਰਖਤ ਦੇ ਕੋਲ ਆਣ ਕੇ ਬੈਠਦੇ ਨੇ, ਉਸ ਦਰਖਤ ਦੇ ਉੱਤੇ ਬਹਿੰਦੇ ਨੇ, ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਫਲ ਫਿੱਕੇ ਫੁੱਲ ਬੱਕ ਬੱਕੇ, ਉਹਨਾਂ ਜਿਹੜੇ ਫਲ ਨੇ ਉਹ ਫਿੱਕੇ ਹੁੰਦੇ ਨੇ, ਉਹਨਾਂ ਕੋਈ ਸਵਾਦ ਨਹੀਂ ਹੁੰਦਾ। ਜਿਹੜੇ ਫੁੱਲ ਨੇ ਉਹ ਵੀ ਬੱਕ ਬੱਕੇ ਹੁੰਦੇ ਨੇ, ਕੰਮ ਨਾ ਆਵੇਂ ਪੱਤ, ਉਹਨਾਂ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਹੁਣ ਕਈਆਂ ਦਰਖਤਾਂ ਦੇ ਪੱਤੇ ਹੀ ਕੰਮ ਆਉਂਦੇ ਨੇ ਨਾ, ਉਹ ਪੱਤਿਆਂ ਦੇ ਨਾਲ ਹੀ ਉਹਨਾਂ ਦਾ ਜ਼ਿਆਦਾ ਸੁਹੱਪਣ ਹੈ, ਜ਼ਿਆਦਾ ਉਹਨਾਂ ਦੇ ਤੱਤ ਮਿਲ ਜਾਂਦੇ ਨੇ। ਲੇਕਿਨ ਇਹਦੇ ਪੱਤਿਆਂ ਦੇ ਵਿੱਚੋਂ ਵੀ ਕੋਈ ਸਵਾਦ ਨਹੀਂ ਆਉਂਦਾ, ਕਿਸੇ ਵੀ ਕੰਮ ਨਹੀਂ ਆਉਂਦੇ। ਤੇ ਸਾਹਿਬ ਅਗਲੀ ਗੱਲ ਕਹਿੰਦੇ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਇਹ ਉਦਾਹਰਣ ਦਿੱਤੀ ਸੀ ਪਹਿਲਾਂ ਹੰਕਾਰ ਦੀ, ਕਿ ਹੰਕਾਰੀ ਇਨਸਾਨ ਬੇਸ਼ੱਕ ਵੱਡਾ ਵੀ ਹੋਵੇ, ਹੰਕਾਰੀ ਇਨਸਾਨ ਉੱਚਾ ਵੀ ਹੋਵੇ, ਮਹਿਲ ਮਾੜੀਆਂ ਵਾਲਾ ਵੀ ਹੋਵੇ, ਲੇਕਿਨ ਜਦੋਂ ਉਹਦੇ ਕੋਲ ਕੋਈ ਆਸ ਰੱਖ ਕੇ ਆਉਣ ਵਾਲਾ ਹੋਵੇ ਤੇ ਉਹਦੇ ਕੋਲੋਂ ਪ੍ਰਾਪਤ ਕੁਝ ਨਹੀਂ ਹੁੰਦਾ। ਉਹਦੇ ਕੋਲੋਂ ਜਦੋਂ ਮਿਲਣ ਦੀ ਗੱਲ ਆਉਂਦੀ ਹੈ ਉਦੋਂ ਕੁਝ ਵੀ ਨਹੀਂ ਹੁੰਦਾ, ਉਹ ਕੁਝ ਵੀ ਅੱਗੇ ਤੁਹਾਨੂੰ ਰੱਖ ਕੇ ਦੇਣ ਵਾਲਾ ਨਹੀਂ, ਕਿਉਂਕਿ ਉਹ ਕੇਵਲ ਤੇ ਕੇਵਲ ਹੰਕਾਰ ਦੇ ਵਿੱਚ ਵੱਡਾ ਹੋ ਕੇ ਬੈਠਾ ਹੋਇਆ ਹੈ। ਤੇ ਸਾਹਿਬ ਉਦਾਹਰਣਾਂ ਦੇ ਰੂਪ ਦੇ ਵਿੱਚ ਦੇ ਕੇ ਸਮਝਾਉਣ ਲੱਗੇ, ਕਹਿਣਗੇ ਮਿੱਠਤ ਨੀਵੀਂ ਨਾਨਕ। ਆ ਜਿਹੜਾ ਮਿੱਠਤ, ਜਿਹੜੇ ਮਿਠਾਸ ਜਿਹਦੇ ਵਿੱਚ ਆ, ਉਹਦੇ ਵਿੱਚ ਨਿਮਾਣਤਾ ਹੋਵੇਗੀ। ਜਿਹਦੇ ਵਿੱਚ ਹੰਕਾਰ ਹੈ ਉਹਦੇ ਵਿੱਚ ਕਦੀ ਵੀ ਨਿਮਰਤਾ ਨਹੀਂ ਆ ਸਕਦੀ, ਨਿਮਾਣਤਾ ਨਹੀਂ ਆ ਸਕਦੀ। ਹੰਕਾਰੀ ਬੰਦਾ ਟੁੱਟ ਜਾਊਗਾ ਪਰ ਝੁਕੂਗਾ ਨਹੀਂ। ਕੁਦਰਤੀ ਗੱਲ ਹੈ, ਜਿਹੜੇ ਜੰਗਲਾਂ ਦੇ ਵਿੱਚ ਦੇਖੋ, ਦਰਿਆਵਾਂ ਦੇ ਕੰਢਿਆਂ ਦੇ ਅੰਦਰ ਜਿਹੜੇ ਬੈਂਤ ਦੇ ਦਰਖਤ ਨੇ, ਬਾਂਸ ਦੇ ਦਰਖਤ ਨੇ, ਉਹ ਵਹਿਣਾਂ ਦੇ ਵਿੱਚ ਕਦੀ ਵਹਿ ਕੇ ਨਹੀਂ ਆਉਂਦੇ। ਵਹਿ ਕੇ ਕੇਵਲ ਤੇ ਕੇਵਲ ਵੱਡੇ ਵੱਡੇ ਦਰਖਤ ਹੀ ਆਉਂਦੇ ਨੇ। ਉਹ ਕਿਉਂ ਨਹੀਂ ਵਹਿ ਕੇ ਆਉਂਦੇ? ਕਿਉਂਕਿ ਜਦੋਂ ਉਹਨਾਂ ਦੇ ਉੱਤੇ ਪਾਣੀ ਪੈਂਦਾ ਹੈ ਉਹ ਠਾਂ ਹੋ ਜਾਂਦੇ ਨੇ, ਉਹ ਬੈਂਤ ਦੇ ਦਰਖਤ ਝੁਕ ਜਾਂਦੇ ਨੇ, ਉਹਨੂੰ ਝੁਕਣਾ ਆਉਂਦਾ ਹੈ। ਜਦੋਂ ਜਿਨ੍ਹਾਂ ਦੇ ਵਿੱਚ ਝੁਕਣ ਦੀ ਆਦਤ ਹੈ ਉਹ ਜ਼ਿੰਦਗੀ 'ਚ ਕਾਮਯਾਬ ਹੋ ਜਾਣਗੇ। ਤੇ ਸਾਹਿਬ ਕਹਾਂਗੇ ਮਿੱਠਤ ਨੀਵੀਂ ਨਾਨਕਾ, ਮਿੱਠਤ ਤੇ ਨਿਮਾਣਤਾ ਦੋਵੇਂ ਚੀਜ਼ਾਂ। ਜ਼ੁਬਾਨ ਦੇ ਵਿੱਚ ਮਿਠਾਸ ਹੋਵੇ,
ਤੇ ਕੱਲਾ ਹੁਣ ਮਿਠਾਸ ਦੇ ਨਾਲ ਵੀ ਅੱਗੇ ਸਾਰੀ ਗੱਲ ਨਿਮਾਣਤਾ ਦੀ ਉਹ ਵੀ ਸਪਸ਼ਟ ਕਰਨੀ ਹੈ। ਕੱਲੀ ਨਿਮਾਣਤਾ ਦੀ ਨੀਵੇਂ ਹੋਣ ਦੇ ਨਾਲ ਵੀ ਪ੍ਰਮਾਤਮਾ ਦੇ ਦਰ ਤੇ ਨਹੀਂ ਪਹੁੰਚਿਆ ਜਾ ਸਕਦਾ। ਸਗੋਂ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਜੀਵਨ ਦੇ ਅੰਦਰ ਚੰਗਿਆਈਆਂ ਵੀ ਗੁਣ ਵੀ ਧਾਰਨ ਹੋਣ, ਕੱਲੀ ਨਿਮਾਣਤਾ ਹੀ ਨਾ ਹੋਵੇ, ਗੁਣ ਵੀ ਜੀਵਨ ਦੇ ਵਿੱਚ ਹੋਣਗੇ ਤਾਂ ਗੱਲ ਬਣਨੀ ਹੈ। ਤੇ ਸਾਹਿਬ ਕਹਿਣਗੇ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ। ਅਤੇ ਸਾਰੇ ਆਪਣੇ ਆਪ ਨੂੰ ਨਿਉਂਦੇ ਨੇ, ਕਿਸੇ ਦੇ ਵਾਸਤੇ ਕੋਈ ਨਹੀਂ ਨਿਉਂਦਾ। ਜੋ ਨਿਉਣ ਦੀ ਗੱਲ ਆਉਂਦੀ ਹੈ ਨਾ, ਦੁਨੀਆਦਾਰੀ ਨੂੰ ਦਿਖਾਉਣ ਦੀ ਗੱਲ ਆਉਂਦੀ ਹੈ ਨਾ, ਉਹ ਕੇਵਲ ਤੇ ਕੇਵਲ ਜਿਹੜਾ ਨਿਮਾਣਤਾ ਹੈ, ਨਿਮਰਤਾ ਹੈ, ਹਲੇਮੀ ਹੈ, ਆਪਣਿਆਂ ਵਾਸਤੇ, ਦੂਜਿਆਂ ਵਾਸਤੇ ਨਹੀਂ। ਦੂਜਿਆਂ ਦੇ ਉੱਤੇ ਤੇ ਜਿੰਨਾ ਵੀ ਤਸ਼ੱਦਦ ਕੀਤਾ ਜਾਂਦਾ ਕਰ ਲਓ। ਦੂਜਿਆਂ ਦੇ ਵਾਸਤੇ ਤੇ ਇਨਸਾਨ ਹਰ ਵਕਤ ਤਿਆਰ ਰਹਿੰਦਾ ਕਿ ਮੈਂ ਕਿਸੇ ਨਾ ਕਿਸੇ ਨੂੰ ਤਰੀਕੇ ਨਾਲ ਇਹਦੀ ਧੌਣ ਤੇ ਗੋਡਾ ਰੱਖ ਹੀ ਲਵਾਂ। ਬਸ ਆਪਣਿਆਂ ਵਾਸਤੇ ਸਿਰਫ ਤੇ ਸਿਰਫ ਨਿਮਾਣਤਾ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਈ। ਪਰਾਏ ਵਾਸਤੇ ਕੋਈ ਨਿਉਂਦਾ ਨਹੀਂ, ਲੇਕਿਨ ਸਾਹਿਬ ਕਹਿੰਦੇ ਧਰਤ ਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ। ਜਦੋਂ ਤੱਕੜੀ 'ਚ ਤੋਲੀ ਜਾ ਨਾ, ਜਿਹੜਾ ਨੀਵਾਂ ਭਾਰ ਹੈ, ਹੁਣ ਪਰਾਇਆਂ ਦੀ ਜਦੋਂ ਗੱਲ ਹੈ, ਹੁਣ ਕਿਉਂਕਿ ਕੋਈ ਵੀ ਦੁਕਾਨਦਾਰ ਹੈ ਜਦੋਂ ਜਾਂ ਕਿਸੇ ਨੂੰ ਚੀਜ਼ ਦੇਣੀ ਹੁੰਦੀ ਹੈ ਤੇ ਤੱਕੜੀ ਦਾ ਜਿਹੜਾ ਤਰਾਜੂ ਦਾ ਵੱਟਾ ਆਪਣੇ ਵੱਲ ਰੱਖਣਾ ਪੈਂਦਾ ਹੈ। ਦੂਜਿਆਂ ਵਾਸਤੇ ਜਿਹਨੇ ਲੈਣੀ ਹੈ ਸਮਾਨ, ਉਹ ਪਰਾਏ ਦੇ ਵਾਸਤੇ ਵੇਖਣਾ ਜਿਹੜਾ ਭਾਰਾ ਪਾਸਾ ਹੋਊਗਾ ਉਹ ਨੀਵਾਂ ਹੋਣਾ ਆ। ਧਰਤ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਜਿਹੜਾ ਨੀਵਾਂ ਭਾਰਾ ਪਾਸਾ ਹੋਊਗਾ ਉਹ ਨਿਮਾਣਤਾ ਹੋਊਗਾ, ਨੀਵਾਂ ਹੋ ਜਾਊਗਾ। ਤੇ ਕੋਈ ਵੀ ਆਪਣੇ ਵਾਸਤੇ ਨਹੀਂ ਦਿੰਦਾ, ਜਦੋਂ ਉਹਦੇ ਬਿਲਕੁਲ ਬਰਾਬਰ ਹੋਊਗਾ ਤਾਂ ਦੂਜੇ ਨੂੰ ਦੇਵੇਗਾ। ਨਿਵੇਂ ਸੋ ਗੌਰਾ ਹੋਏ। ਹੁਣ ਅਗਲੀ ਗੱਲ ਫਿਰ ਉਦਾਹਰਣ ਦਿੰਦੇ ਨੇ, ਕਹਿਣ ਲੱਗੇ ਅਪਰਾਧੀ ਦੂਣਾ ਨਿਵੇ। ਹੁਣ ਨਿਮਾਣਤਾ ਦੀ ਅਗਲੀ ਹੋਰ ਰੂਪ ਦਿੰਦੇ ਨੇ, ਪੇਸ਼ ਕਰਦੇ। ਅਤੇ ਜਿਹੜੇ ਅਪਰਾਧੀ ਨੇ ਨਾ, ਜਿਹੜਾ ਗੁਨਾਹਗਾਰ ਹੁੰਦਾ ਆ, ਉਹ ਜ਼ਿਆਦਾ ਨਹੀਂ ਹੁੰਦਾ ਆ। ਉਹ ਦੁਨੀਆਦਾਰੀ ਦੇ ਸਾਹਮਣੇ ਉਹ ਨੀਵਾਂ ਹੋ ਕੇ ਦੱਸਦਾ ਹੈ। ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਏ। ਜਿਹਨੇ ਕਿਸੇ ਨੂੰ ਮਾਰਨਾ ਹੈ ਨਾ, ਉਹ ਇੰਨੀ ਕੁ ਨਿਮਾਣਤਾ ਹੋ ਜਾਂਦੀ ਹੈ। ਜਦੋਂ ਹਿਰਨ ਜਿਵੇਂ ਮਾਰੀਦਾ ਹੈ, ਹੰਤਾਂ ਨੂੰ ਜਦੋਂ ਮਾਰੀਦਾ, ਹਿਰਨਾਂ ਨੂੰ ਮਾਰੀਦਾ, ਜਿਹੜੇ ਸ਼ਿਕਾਰੀ ਨੇ ਬਿਲਕੁਲ ਦੂਰੇ ਹੋ ਕੇ ਆਪ ਜ਼ਮੀਨ ਦੇ ਵਿੱਚ ਲੱਗ ਕੇ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਕਿ ਮੈਨੂੰ ਕਿਤੇ ਦਿਖ ਨਾ ਜਾਵੇ, ਮੈਂ ਕਿਤੇ ਉਹਨਾਂ ਨੂੰ ਜਿਹੜੇ ਸ਼ਿਕਾਰ ਹੋਣ ਵਾਲਾ ਹੈ, ਜਾਨਵਰ ਹੈ, ਉਹਨੂੰ ਦਿਖ ਨਾ ਜਾਵਾਂ। ਜਿਹੜਾ ਇਨਸਾਨ ਗਲਤ ਕੰਮ ਕਰੇਗਾ ਬਿਲਕੁਲ ਨੀਵਾਂ ਹੋ ਕੇ ਕਰੇਗਾ। ਤੇ ਉਹ ਹੰਕਾਰ ਦੇ ਨਾਲ ਕਦੇ ਕੋਈ ਚੋਰੀ ਕਰਦਾ, ਮੈਂ ਤੇਰੇ ਘਰ ਚੋਰੀ ਕਰਨ ਚੱਲਿਆ ਹੀ, ਫੜ ਲਾ ਮੈਨੂੰ, ਉਹਨੇ ਲੁਕ ਕੇ ਜਾਣਾ। ਹੁਣ ਉਹਦਾ ਜਿਹੜਾ ਲੁਕਿਆ ਹੋਇਆ ਜਾਂ ਉਹਦੀ ਨਿਮਾਣਤਾ ਆ, ਉਹ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨਿਤ ਨਹੀਂ ਨਾ ਹੋਣੀ। ਜੇ ਤੁਸੀਂ ਕਿਸੇ ਨਾਲ ਬਿਲਕੁਲ ਮਿੱਠੇ ਪਿਆਰੇ ਹੋ ਕੇ ਕਿਸੇ ਦਾ ਗਲਤ ਫਾਇਦਾ ਉਠਾ ਰਹੇ ਹੋ ਜਾਂ ਕਿਸੇ ਦਾ ਮਾੜਾ ਕਰ ਰਹੇ ਹੋ, ਤੇ ਪਰਮਾਤਮਾ ਨੇ ਖੁਸ਼ ਥੋੜ੍ਹੀ ਹੋਣਾ ਹੈ। ਤੇ ਸਾਹਿਬ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਏ, ਸੀਸ ਨਵਾਇਐ ਕਿਆ ਥੀਐ ਜਾਂ ਹਿਰਦੈ ਕੁਸੁੱਧੇ ਜਾਏ। ਅਤੇ ਜੇਕਰ ਗੁਰੂ ਦੇ ਦਰ ਦੇ ਉੱਤੇ ਸੀਸ ਨਵਾਉਣਾ ਆ, ਜੇ ਅਸੀਂ ਗੁਰੂ ਦੇ ਦਰ ਦੇ ਉੱਤੇ ਸੀਸ ਨਵਾ ਰਹੇ ਹਾਂ ਨਾ, ਤੇ ਜੇਕਰ ਗੁਰੂ ਦੇ ਪ੍ਰਤੀ ਗੁਰੂ ਦੀਆਂ ਜੜ੍ਹਾਂ ਵੱਢਣੀਆਂ ਆ, ਗੁਰੂ ਦੇ ਪ੍ਰਤੀ ਮਾੜਾ ਸੋਚਣਾ ਆ, ਗੁਰੂ ਦੇ ਪ੍ਰਤੀ ਮਾੜਾ ਕਰਨਾ ਆ ਜਾਂ ਗਲਤ ਕੰਮ ਕਰਨੇ ਨੇ, ਤੇ ਫਿਰ ਗੁਰੂ ਦੇ ਦਰ ਦੇ ਉੱਤੇ ਆਉਣ ਦਾ ਕੀ ਫਾਇਦਾ। ਜੇਕਰ ਗੁਰੂ ਦੀ ਕਹੀ ਹੋਈ ਗੱਲ ਮੰਨਣੀ ਨਹੀਂ ਤੇ ਗੁਰੂ ਦੇ ਦਰ ਦੇ ਉੱਤੇ ਆਉਣ ਦਾ ਕੀ ਫਾਇਦਾ। ਸੀਸ ਨਵਾਏ ਕਿਆ ਥੀਐ ਜਾਂ ਹਿਰਦੈ ਕੁਸੁੱਧੇ ਜਾਏ। ਹਿਰਦੇ ਕੁਸੁੱਧੇ ਭਾਵੇਂ ਹਿਰਦੇ ਖੋਟੇ ਹਿਰਦੇ ਦੇ ਨਾਲ ਜੇਕਰ ਗੁਰੂ ਦੇ ਦਰ ਦੇ ਉੱਤੇ ਜਾਂਦੇ ਹਾਂ ਤੇ ਕੇਵਲ ਤੇ ਕੇਵਲ ਆਪਣੇ ਮਕਸਦ ਦੇ ਵਾਸਤੇ ਜਾਂਦੇ ਹਾਂ, ਫਿਰ ਨਿਵਾਉਣ ਦਾ ਵੀ ਕੀ ਫਾਇਦਾ। ਗੁਰੂ ਦੇ ਦਰ ਦੇ ਉੱਤੇ ਜਦੋਂ ਆਉਣਾ ਹੈ ਭਾਵਨਾ ਦੇ ਨਾਲ, ਨਿਮਾਣਤਾ ਦੇ ਨਾਲ। ਕਿਉਂਕਿ ਦੁਨੀਆਦਾਰੀ ਦੇ ਅੰਦਰ ਜਿੰਨੇ ਵੀ ਧਰਮੀ ਪੁਰਖ ਬਣੇ ਨੇ,
ਹੁਣ ਉਹਨਾਂ ਦੀ ਗੱਲ ਕਰਦੇ ਨੇ, ਧਰਮ ਦੇ ਵਾਸਤੇ ਅਸੀਂ ਕੀ ਕਰਦੇ ਪਏ ਹਾਂ? ਦੁਨੀਆਦਾਰੀ ਨੂੰ ਦਿਖਾਉਣ ਵਾਸਤੇ, ਦੁਨੀਆਦਾਰੀ ਨੂੰ ਧਰਮੀ ਅਸੀਂ ਤਾਂ ਹੀ ਬਣ ਕੇ ਦਿਖਾਉਂਦੇ ਨਾ ਵੀ ਕਿਵੇਂ ਕਿਵੇਂ ਹੋ ਸਕਦਾ ਹੈ। ਸਾਹਿਬਾਂ ਨੇ ਇੱਥੇ ਉਦਾਹਰਣ ਦਿੱਤੀ ਹੈ। ਮਹਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਸਾਹਿਬ ਕਹਿਣ ਲੱਗੇ ਧਰਮੀ ਬਣਨ ਵਾਸਤੇ, ਧਰਮੀ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਬੜੇ ਧਰਮੀ ਹਾਂ। ਪੜ੍ਹ ਪੁਸਤਕ ਸੰਧਿਆ ਬਾਦੰ, ਪੰਡਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ, ਕਿਉਂਕਿ ਉਸ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਉਹ ਹੁਣ ਦੇ ਸਾਡੇ ਹਾਲਾਤਾਂ ਦੇ ਅਨੁਸਾਰ ਬਰਾਬਰ ਹੀ ਹੈ। ਸਭ ਕਹਿਣ ਲੱਗੇ ਧਾਰਮਿਕ ਲੋਕ ਕੀ ਕਰਦੇ ਨੇ? ਧਾਰਮਿਕ ਗ੍ਰੰਥ ਪੜ੍ਹਦੇ ਨੇ। ਪੜ੍ਹ ਪੁਸਤਕ ਸੰਧਿਆ ਬਾਦਨ, ਭਾਵ ਕਿ ਤਿੰਨੇ ਵਕਤ ਪਾਠ ਪੂਜਾ ਕਰਦੇ ਨੇ, ਤਿੰਨੇ ਵਕਤ ਧਾਰਮਿਕ ਗ੍ਰੰਥ ਪੜ੍ਹਦੇ ਨੇ। ਸੰਧਿਆ ਤੋਂ ਭਾਵੇਂ ਸਵੇਰੇ, ਦੁਪਹਿਰੇ ਤੇ ਸ਼ਾਮਾਂ ਨੂੰ, ਤਿੰਨਾਂ ਤ੍ਰੈ ਕਾਲ ਦੇ ਰੂਪ ਦੇ ਅੰਦਰ ਇਹਨਾਂ ਨੇ ਹਿੰਦੂ ਧਰਮ ਦੇ ਅੰਦਰ ਤਿੰਨਾਂ ਵਕਤਾਂ ਦੇ ਵਿੱਚ ਇਹ ਬਾਣੀ ਪੜ੍ਹੀ ਜਾਂਦੀ ਹੈ। ਸਿਲ ਪੂਜਸ ਬਗਲ ਸਮਾਦਨ, ਅਤੇ ਮੰਦਰ ਦੇ ਅੰਦਰ ਬਹਿ ਕੇ ਮੂਰਤੀ ਪੱਥਰ ਦੇ, ਸਿਲ ਪੂਜਸ, ਸਿਲ ਤੋਂ ਭਾਵੇਂ ਪੱਥਰ, ਪੱਥਰ ਦੇ ਅੱਗੇ ਬਹਿ ਕੇ ਪੂਜਸ ਬਗਲ ਸਮਾਧਨ, ਬਗਲਿਆਂ ਵਾਂਗੂ ਸਮਾਧੀਆਂ, ਬਿਲਕੁਲ ਚਿੱਟੇ ਕੱਪੜੇ ਪਾ ਕੇ ਬਿਲਕੁਲ ਸਮਾਧੀਆਂ ਲਾ ਕੇ ਬਹਿ ਜਾਣਾ। ਉਹਨਾਂ ਆਖਣਾ ਮੇਰੇ ਵਰਗਾ ਕੋਈ ਰੱਬ ਹੀ ਕੋਈ ਨਹੀਂ ਹੈ, ਮੇਰੇ ਵਰਗਾ ਭਗਤ ਹੀ ਕੋਈ ਨਹੀਂ ਹੈ, ਮੇਰੇ ਵਰਗਾ ਸਾਧ ਹੀ ਕੋਈ ਨਹੀਂ ਹੈ। ਸਾਹਿਬ ਕਹਿਣ ਲੱਗੇ ਨਹੀਂ ਭਲਿਆ, ਇਕੱਲਾ ਗ੍ਰੰਥ ਪੜ੍ਹਨ ਦੇ ਨਾਲ ਜਾਂ ਕਿਤੇ ਬਹਿਣ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਮੁਖ ਝੂਠ ਬੇਭੂਖਣ ਸਾਰੰਗ, ਤ੍ਰੈਪਾਲ ਤਿਹਾਰ ਵਿਚਾਰੰ। ਸਭ ਕਹਿਣਗੇ ਲੋਕਾਂ ਦੇ ਨਾਲ ਵਾਦ ਵਿਵਾਦ ਕਰਦੇ ਆ, ਮੁਖ ਝੂਠ ਬੇਭੂਖਣ ਸਾਰ, ਲੋਕਾਂ ਦੇ ਨਾਲ ਮੂੰਹ ਦੇ ਨਾਲ ਵਿਚਾਰ ਚਰਚਾ ਦੇ ਕਰਕੇ ਲੋਕਾਂ ਆਪਣੀ ਝੂਠੀ ਗੱਲ ਮਨਵਾ ਕੇ ਗ੍ਰੰਥਾਂ ਦੇ ਹਵਾਲੇ ਦੇ ਕੇ ਆਪਣੀ ਸਹੀ ਨਹੀਂ ਝੂਠੀਆਂ ਗੱਲਾਂ ਮਨਵਾ ਕੇ ਵੀ ਫਲਾਣੇ ਗ੍ਰੰਥ 'ਚ ਆਖਿਆ। ਕਿੰਨੇ ਕਿਹੜਾ ਗ੍ਰੰਥ ਪੜ੍ਹਨੇ ਆ? ਆਮ ਬੰਦੇ ਨੇ ਕਿੰਨੇ ਗ੍ਰੰਥ ਪੜ੍ਹਨੇ? ਆਮ ਬੰਦੇ ਨੂੰ ਗ੍ਰੰਥਾਂ ਦਾ ਪਤਾ ਹੀ ਨਹੀਂ ਆ, ਕਿਹੜੇ ਗ੍ਰੰਥ ਵਿੱਚ ਕੀ ਲਿਖਿਆ ਆ, ਆਮ ਬੰਦੇ ਨੂੰ ਕੀ ਪਤਾ। ਨਾਲੇ ਉਸ ਟਾਈਮ ਦੇ ਉੱਤੇ ਉਹ ਵੀ ਸੰਸਕ੍ਰਿਤ ਦੇ ਵਿੱਚ, ਬ੍ਰਿਜ ਭਾਸ਼ਾ ਦੇ ਵਿੱਚ, ਔਖੇ ਗ੍ਰੰਥਾਂ ਦੇ, ਉਹ ਜਿਨ੍ਹਾਂ ਨੂੰ ਪੜ੍ਹਦੀ ਨਹੀਂ ਸੀ ਭਾਸ਼ਾ ਆਉਂਦੀ। ਸਭ ਕਹਿਣ ਲੱਗੇ ਲੋਕਾਂ ਨੂੰ ਗ੍ਰੰਥਾਂ ਦੇ ਹਵਾਲੇ ਦੇ ਕੇ ਆਪਣੀਆਂ ਝੂਠੀਆਂ ਗੱਲਾਂ ਮਨਵਾ ਲੈਣੀਆਂ। ਤ੍ਰੈਪਾਲ ਤਿਹਾਲ ਵਿਚਾਰੰ, ਜਿਹੜਾ ਗਾਇਤਰੀ ਮੰਤਰ ਹੈ, ਤਿੰਨਾਂ ਲਾਈਨਾਂ ਵਾਲਾ ਗਾਇਤਰੀ ਮੰਤਰ ਹੈ, ਰਿਗਵੇਦ ਦੇ ਅੰਦਰ ਆਉਂਦਾ ਹੈ। ਕਹਿਣ ਲੱਗੇ ਉਹਨਾਂ ਨੂੰ ਅਸੀਂ ਉਹ ਤਿੰਨੇ ਵਕਤ ਜਿਹੜਾ ਗਾਇਤਰੀ ਮੰਤਰ ਪੜ੍ਹਦੇ ਨੇ, ਓਮ ਬੂਰ ਭੂਵਾ ਸਵਾਹਾ ਸਸਰਵਿਤਰ ਵਾਰੇ ਨਿਯਮ, ਜਿਹੜਾ ਮੰਤਰ ਹੈ ਇਹਨਾਂ ਦਾ, ਉਹ ਤਿੰਨੇ ਵਕਤ ਉਹਨਾਂ ਨੇ ਬਾਰ ਪੜ੍ਹ ਕੇ ਲੋਕਾਂ ਨੂੰ ਸੁਣਾਉਣੇ ਕਿ ਇਹ ਸ੍ਰੇਸ਼ਟ ਮੰਤਰ ਹੈ। ਗਲ ਮਾਲਾ ਤਿਲਕ ਲਿਲਾਟੰ, ਗਲ ਦੇ ਵਿੱਚ ਮਾਲਾ ਪਾ ਕੇ, ਮੱਥੇ ਦੇ ਉੱਤੇ ਤਿਲਕ ਲਾ ਕੇ, ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ, ਦੋਹਰੀਆਂ ਧੋਤੀਆਂ ਬੰਨ੍ਹ ਕੇ, ਇੱਕ ਧੋਤੀ ਮੋਢੇ ਦੇ ਉੱਤੇ ਰੱਖ ਕੇ, ਦੂਸਰੀ ਧੋਤੀ, ਇੱਕ ਧੋਤੀ ਬੰਨ੍ਹ ਕੇ ਇੱਕ ਮੋਢੇ ਦੇ ਉੱਤੇ ਰੱਖ ਕੇ, ਉਹੀ ਮੁੜ ਕੇ ਸਿਰ ਦੇ ਉੱਤੇ ਰੱਖ ਲੈਂਦੇ ਨੇ। ਦੋਏ ਧੋਤੀ ਬਸਤਰ ਕਪਾਟੰ, ਜੇ ਜਾਣਸ ਵਰਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਕਹਿਣ ਲੱਗੇ ਜੇਕਰ ਇਹ ਸਾਰੇ ਜਦੋਂ ਅਸੀਂ ਉਹਨਾਂ ਨੂੰ ਵਿਚਾਰਦੇ ਹਾਂ ਨਾ, ਇਹ ਜਿੰਨੇ ਵੀ ਕਰਮ ਨੇ ਇਹ ਕੇਵਲ ਤੇ ਕੇਵਲ ਲੋਕ ਦਿਖਾਵੇ ਵਾਸਤੇ। ਕਹਿੰਦੇ ਜੇਕਰ ਤੇ ਇਹ ਪ੍ਰਮਾਤਮਾ ਦੇ ਨਾਲ ਮਿਲਾਉਣ ਵਾਲੇ ਹੋਣ ਤੇ ਠੀਕ ਹੈ, ਲੇਕਿਨ ਜੇਕਰ ਪ੍ਰਮਾਤਮਾ ਨੂੰ ਨਹੀਂ ਮਿਲਾਉਂਦੇ ਤੇ ਫਿਰ ਸਾਰਾ ਕੀ ਹੈ? ਫੋਕਟ ਹੈ। ਉਦਾਹਰਣ ਉਸ ਸਮੇਂ ਉਹਨਾਂ ਨੂੰ ਦਿੱਤੀ ਹੈ, ਇਸ ਸਮੇਂ ਇਹ ਉਦਾਹਰਣ ਸਾਡੇ ਵਾਸਤੇ ਹੈ। ਜੇਕਰ ਅਸੀਂ ਵਧੀਆ ਤੋਂ ਵਧੀਆ ਪਹਿਰਾਵੇ ਪਹਿਨ ਕੇ, ਧਰਮੀ ਬਣ ਕੇ, ਚਿੱਟੇ ਪਜਾਮੇ ਕੁੜਤੇ ਪਾ ਕੇ, ਵਧੀਆ ਬਗਲੇ ਬਣ ਕੇ, ਦੁਨੀਆਦਾਰੀ ਤੌਰ ਦੇ ਉੱਤੇ ਧਰਮੀ ਅਖਵਾਉਣ ਵਾਲੇ, ਵਧੀਆ ਕਥਾ ਕੀਰਤਨ ਪਾਠ ਕਰਕੇ ਜੇਕਰ ਸਾਡਾ ਜੀਵਨ ਨਾ ਬਣੇ
ਤੇ ਫਿਰ ਸਾਡੀ ਵੀ ਉਹੀ ਹਾਲਤ ਹੈ। ਕੋਈ ਸਾਡੇ ਜਾਂ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ। ਸਤਿਗੁਰਾਂ ਨੇ ਉਦਾਹਰਣਾਂ ਦੇ ਕੇ ਸਮਝਾਉਣ ਦੀ ਗੱਲ ਕੀਤੀ ਹੈ। ਕਹਿਣ ਲੱਗੇ ਇਹ ਕੇਵਲ ਤੇ ਕੇਵਲ ਫੋਕਟ ਕਰਮ ਹੈ। ਜੇਕਰ ਸਾਡੇ ਜੀਵਨ ਦੇ ਵਿੱਚ ਉਹ ਨਿਮਰਤਾ ਨਹੀਂ ਆਈ, ਹਲੇਮੀ ਨਹੀਂ ਆਈ, ਭਾਵਨਾ ਨਹੀਂ ਬਣੀ, ਪਰਮਾਤਮਾ ਨਾਲ ਜੁੜਨ ਦੀ ਗੱਲ ਜੀਵਨ ਦੇ ਵਿੱਚ ਨਹੀਂ ਬਣੀ, ਜੇ ਜਾਣਸ ਬਰਮੰ ਕਰਮੰ, ਜੇ ਪ੍ਰਭੂ ਪਰਮਾਤਮਾ ਨਾਲ ਪਰਮਾਤਮਾ ਦੇ ਬਾਰੇ ਜਾਣਿਆ ਹੀ ਨਾ, ਤੇ ਸਾਹਿਬ ਕਹਿੰਦੇ ਸਭ ਫੋਕਟ ਨਿਸ਼ਚੋ ਕਰੋ। ਸਾਰਾ ਕੁਝ ਫੋਕਟ ਹੈ, ਸਾਰਾ ਕੁਝ ਐਵੇਂ ਹੀ ਹੈ। ਫੋਕਟ ਦੇ ਨੇ ਵਾਧੂ ਘਾਟੂ। ਫਿਰ ਤਾਂ ਸਾਰੇ ਕਰਮ ਕਾਂਡ ਕਰ ਰਹੇ ਹਾਂ। ਜੇਕਰ ਅਸੀਂ ਰੱਬ ਦਾ ਨਾਮ ਪੜ੍ਹਿਆ ਨਹੀਂ, ਸੁਣਿਆ ਨਹੀਂ, ਸਮਝਿਆ ਨਹੀਂ, ਵਿਚਾਰਿਆ ਨਹੀਂ, ਰੱਬ ਦੇ ਬਾਰੇ ਜਾਣਨ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ, ਤੇ ਫਿਰ ਕੇਵਲ ਤੇ ਕੇਵਲ ਇਹ ਫੋਕਟ ਕਰਮ ਰਹਿ ਜਾਣਗੇ, ਵਾਧੂ ਦੇ ਕਰਮ ਰਹਿ ਜਾਣਗੇ। ਕਹੋ ਨਾਨਕ ਨਿਹਚੋ ਧਿਆਵੈ। ਦਾਸ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਮੈਂ ਤੇ ਤੁਹਾਨੂੰ ਇੱਕ ਨਿਸ਼ਚਿਤ ਤੌਰ ਦੇ ਉੱਤੇ ਇਹੀ ਗੱਲ ਆਖਦਾ ਪਿਆ ਹਾਂ ਕਿ ਵਿਣ ਸਤਿਗੁਰ ਵਾਟ ਨਾ ਪਾਵੈ। ਪਰਮਾਤਮਾ ਤੋਂ ਬਗੈਰ, ਗੁਰੂ ਤੋਂ ਬਗੈਰ ਤੁਹਾਨੂੰ ਰਾਹ ਪਾਉਣ ਵਾਲਾ ਕੋਈ ਨਹੀਂ ਹੈ। ਜਿੰਨੀ ਦੇਰ ਤੱਕ ਗੁਰੂ ਦੀ ਸੁਮੱਤ ਨਹੀਂ ਲਓਗੇ ਤੁਸੀਂ ਰਸਤੇ ਦੇ ਉੱਤੇ ਨਹੀਂ ਪੈ ਸਕਦੇ, ਕਿਉਂਕਿ ਸਤਿਗੁਰੂ ਨੇ ਰਾਹ ਪਾਉਣਾ ਨਾ। ਜੇ ਸਤਿਗੁਰੂ ਦੇ ਦੱਸੇ ਹੋਏ ਰਸਤੇ ਅਨੁਸਾਰ ਚੱਲੇ ਨਹੀਂ, ਬਾਣੀ ਪੜ੍ਹੀ ਨਹੀਂ, ਬਾਣੀ ਦੇ ਬਾਰੇ ਸਮਝਿਆ ਨਹੀਂ, ਗੁਰੂ ਕੀ ਆਖਦੇ ਪਏ ਨੇ ਜੇ ਕਮਾਇਆ ਨਹੀਂ, ਫਿਰ ਕੋਈ ਫਾਇਦਾ ਨਹੀਂ। ਫਿਰ ਜਿੱਧਰ ਨੂੰ ਮਰਜ਼ੀ ਭੱਜ ਲਾ, ਦੌੜ ਲਾ, ਕੋਈ ਫਾਇਦਾ ਨਹੀਂ। ਫਿਰ ਤਾਂ ਸਾਰੇ ਫੋਕਟ ਕਰਮ ਆ। ਜਿਨੇ ਮਰਜ਼ੀ ਗਲ ਦੇ ਵਿੱਚ ਮਾਲਾ ਪਾ ਲਾ, ਤਿਲਕ ਲਾ ਲਾ, ਜੋ ਮਰਜ਼ੀ ਕਰਕੇ ਵੇਖ ਲਾ। ਜੇ ਸਹੀ ਰਸਤੇ ਦੇ ਉੱਤੇ ਤੁਰਿਆ ਨਾ, ਜੇ ਸਹੀ ਰਸਤਾ ਪਤਾ ਹੀ ਨਾ ਲੱਗਾ, ਫਿਰ ਉਸ ਸਮੇਂ ਤੋਂ ਬਾਅਦ ਕੋਈ ਗੱਲ ਨਹੀਂ ਜੀਵਨ ਦੇ ਵਿੱਚ ਬਣ ਪਾਉਣੀ। ਤੇ ਸਾਹਿਬ ਕਹਿੰਦੇ ਵਿਣ ਸਤਿਗੁਰ ਵਾਟ ਨ ਪਾਵੇ। ਕੇਵਲ ਤੇ ਕੇਵਲ ਰਸਤਾ ਦੱਸਣਾ ਗੁਰੂ ਨੇ, ਤੇ ਗੁਰੂ ਤੋਂ ਬਗੈਰ ਕੋਈ ਰਸਤੇ ਦੇ ਉੱਤੇ ਵਾਟ ਤੋਂ ਭਾਵੇਂ ਰਸਤੇ ਦੇ ਉੱਤੇ ਪੈ ਨਹੀਂ ਸਕਦਾ। ਤੇ ਹੁਣ ਰਸਤੇ ਦੇ ਉੱਤੇ ਪਾਉਣ ਵਾਸਤੇ ਜੀਵਨ ਦੇ ਵਿੱਚ ਕਰਨਾ ਕੀ ਪਵੇਗਾ? ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਸਾਹਿਬ ਕਹਿਣ ਲੱਗੇ ਦੁਨੀਆ ਦੇ ਵਿੱਚ ਸਾਨੂੰ ਮਾਣ ਕਾਹਤੇ ਆ? ਸਾਨੂੰ ਸਭ ਤੋਂ ਮਾਣ ਸਾਡੇ ਸਰੀਰ ਤੇ, ਸੋਹਣੇ ਸਰੀਰ ਦੇ ਉੱਤੇ। ਕੱਪੜ ਰੂਪ ਸੁਹਾਵਣਾ, ਸੋਹਣੇ ਸਰੀਰ ਦੇ ਉੱਤੇ ਸੋਹਣੇ ਸੋਹਣੇ ਕੱਪੜੇ ਪਾਉਣੇ ਆ। ਕੱਪੜ ਰੂਪ ਸੁਹਾਵਣਾ। ਤੀਜਾ ਸੁਹਾਪਣ ਦੇ ਉੱਤੇ, ਸਾਨੂੰ ਸੋਹਣੇ ਸੁਹਾਪਣ ਦੇ ਉੱਤੇ ਮਾਣ ਹੈ। ਕਹਿ ਲਗੇ ਦੁਨੀਆ ਦੇ ਅੰਦਰ ਕੋਈ ਸੋਹਣਾ ਸਰੀਰ ਨਹੀਂ ਰਹਿ ਜਾਣਾ, ਤਨ ਦੇ ਉੱਤੇ ਪਾਉਣ ਵਾਲੇ ਕੱਪੜੇ ਵੀ ਸੋਹਣੇ ਨਹੀਂ ਰਹਿ ਜਾਣੇ, ਸੋਹਣਾ ਸੁਹਾਪਣ ਉਹ ਵੀ ਸਾਡਾ ਸੋਹਣਾ ਨਹੀਂ ਰਹਿ ਜਾਣਾ। ਸਮੇਂ ਦੇ ਨਾਲ ਚਿਹਰੇ ਦੇ ਰੂਪ ਬਦਲਦੇ ਰਹਿੰਦੇ। ਬਚਪਨ ਦੇ ਚਿਹਰਾ ਹੋਰ ਸੀ, ਜਵਾਨੀ 'ਚ ਹੋਰ ਸੀ, ਬੁਢਾਪੇ 'ਚ ਹੋਰ ਹੋ ਜਾਣਾ, ਸਾਰਾ ਸਰੀਰ ਛੱਡ ਕੇ ਚਲੇ ਜਾਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਇਹ ਸਾਰਾ ਸਰੀਰ, ਜਿਸ ਸਰੀਰ ਦੇ ਉੱਤੇ ਮਾਣ ਕਰਦੇ ਆ, ਇਹ ਸਾਰਾ ਦੁਨੀਆ ਦੇ ਵਿੱਚ ਛੱਡ ਕੇ, ਸੰਸਾਰ ਦੇ ਉੱਤੇ ਛੱਡ ਕੇ ਚਲੇ ਜਾਣਾ। ਕਿਸੇ ਨੇ ਬਾਂਹ ਨਹੀਂ ਫੜਨੀ। ਜਿੰਨੀ ਮਰਜ਼ੀ ਨੂੰ ਧਾਹਾਂ ਮਾਰੀ ਜਾਵਾਂਗੇ, ਜਿੰਨੀਆਂ ਮਰਜ਼ੀ ਬਾਹਾਂ ਫੜ ਕੇ ਉਠਾਉਣ ਦਾ ਯਤਨ ਕਰਾਂਗੇ, ਕਿਸੇ ਨੇ ਨਹੀਂ ਉਠਾਉਣਾ। ਸਾਰਾ ਦੁਨੀਆ ਦੇ ਅੰਦਰ ਛੱਡ ਕੇ ਚਲੇ ਜਾਣਾ। ਗੱਲ ਅਸਲੀਅਤ ਇਹ ਹੋਣੀ ਹੈ ਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਿਹੋ ਜਿਹੇ ਅਸੀਂ ਕਰਮ ਕਰਾਂਗੇ, ਭਾਵੇਂ ਮਾੜੇ ਕਰ ਲਵਾਂਗੇ, ਭਾਵੇਂ ਚੰਗੇ ਕਰ ਲਵਾਂਗੇ। ਮੰਦਾ ਚੰਗਾ ਆਪਣਾ। ਭਾਵੇਂ ਮੰਦੇ ਕਰਮ ਕਰਾਂਗੇ ਤਾਂ ਮੰਦਾ ਫਲ ਮਿਲੂਗਾ, ਜੇ ਚੰਗੇ ਕਰਾਂਗੇ ਤਾਂ ਚੰਗਾ ਫਲ ਮਿਲੂਗਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਤੇ ਸਾਰਿਆਂ ਨੂੰ ਆਪਣਾ ਆਪਣਾ ਕੀਤਾ ਪਾਉਣਾ। ਕਿਸੇ ਦੇ ਕੀਤੇ ਕੁਛ ਨਹੀਂ ਹੋਣਾ, ਕਿਸੇ ਦੇ ਕੀਤਿਆਂ ਕਿਸੇ ਦੇ ਦਿੱਤਿਆਂ ਕਿਸੇ ਨੂੰ ਕੁਛ ਨਹੀਂ ਦਿੱਤਾ ਜਾਣਾ, ਕਿਸੇ ਕੋਲ ਲਿਆ ਨਹੀਂ ਜਾਣਾ। ਦੁਨੀਆਦਾਰੀ ਅਸੀਂ ਕਿਸੇ ਕੋਲ, ਰਿਸ਼ਤੇਦਾਰ ਕੋਲ, ਭੈਣ ਭਰਾ ਦੇ ਕੋਲੋਂ ਧਨ ਜਾਇਦਾਦ ਲੈ ਲਵਾਂਗੇ, ਲੈ ਕੇ ਉਹ ਮੰਗ ਵੀ ਲਵੇਗਾ, ਦਿੱਤੀ ਵੀ ਜਾਵੇਗੀ,
ਸੰਸਾਰ ਦੇ ਅੰਦਰ ਕਿਸੇ ਦੀ ਦਾਤ ਨੂੰ, ਕਿਸੇ ਦੀ ਚੀਜ਼ ਨੂੰ ਲੈ ਵੀ ਲਵਾਂਗੇ, ਮੱਲ ਵੀ ਲਵਾਂਗੇ, ਲੇਕਿਨ ਸਾਰਾ ਕੁਛ ਇੱਥੇ ਰਹਿ ਜਾਣਾ। ਕੁਛ ਵੀ ਨਾਲ ਜਾਣ ਵਾਲਾ ਨਹੀਂ। ਜਾਣਾ ਕੇਵਲ ਤੇ ਕੇਵਲ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ। ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹਾ ਫਲ ਪ੍ਰਾਪਤ ਹੋਊਗਾ, ਉਹੋ ਜਿਹੀਆਂ ਦਾਤਾਂ ਸਾਨੂੰ ਪ੍ਰਾਪਤ ਹੋਣਗੀਆਂ। ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੈ ਅੱਗੇ ਜਾਵਣਾ। ਸਾਹਿਬ ਕਹਿਣ ਲੱਗੇ ਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ ਭਾਵੇਂ ਤੂੰ ਕੋਈ ਰਾਜਾ ਮਹਾਰਾਜਾ ਵੀ ਬਣ ਜਾਵੇਂ, ਭਾਵੇਂ ਰਾਜਾ ਮਹਾਰਾਜਾ ਬਣ ਕੇ ਲੋਕਾਂ ਦੇ ਉੱਤੇ ਹੁਕਮ ਵੀ ਕਰ ਲਵੇਂ, ਮਨ ਚਾਹੇ ਹੁਕਮ ਕਰ ਲਵੇਂ, ਜਾਂ ਇਵੇਂ ਕਹਿ ਲਈਏ ਕਿ ਜਿਵੇਂ ਔਰੰਗਜ਼ੇਬ ਹੋਇਆ, ਮਨ ਚਾਹੇ ਹੁਕਮ ਕਰਕੇ ਵੀ ਸੰਸਾਰ ਦੇ ਉੱਤੋਂ ਚਲਾ ਗਿਆ। ਜਹਾਂਗੀਰ ਵਰਗੇ ਹੋਏ, ਮੀਰ ਮੰਨੂ ਵਰਗੇ ਹੋਏ, ਆਪਣੇ ਮਨ ਚਾਹੇ ਹੁਕਮ ਵਜਾ ਕੇ ਚਲੇ ਗਏ। ਲੇਕਿਨ ਸਾਹਿਬ ਕਹਿਣ ਲੱਗੇ ਦੁਨੀਆ ਦੇ ਅੰਦਰ ਤੁਸੀਂ ਕਿਹੋ ਜਿਹਾ ਵੀ ਕਿਸੇ ਦੇ ਉੱਤੇ ਜੇ ਤੁਹਾਨੂੰ ਕੋਈ ਪ੍ਰਮਾਤਮਾ ਨੇ ਪਦਵੀ ਦਿੱਤੀ ਹੈ ਨਾ, ਤੇ ਉਹਦਾ ਤੁਸੀਂ ਗਲਤ ਨਜਾਇਜ਼ ਫਾਇਦਾ ਉਠਾ ਕੇ ਵੀ ਸੰਸਾਰ ਦੇ ਉੱਤੋਂ ਜੇਕਰ ਚਲੇ ਜਾਂਦੇ ਹੋ ਨਾ, ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੈ ਅੱਗੇ ਜਾਵਣਾ। ਇੱਥੇ ਤਾਂ ਤੁਹਾਨੂੰ ਕੋਈ ਗਲਤ ਕੰਮਾਂ ਨੂੰ ਕੋਈ ਹੋ ਸਕਦਾ ਵੇਖੇ ਚਾਹੇ ਨਾ ਵੇਖੇ। ਇੱਥੇ ਹੋ ਸਕਦਾ ਹੈ ਕਿ ਤੁਸੀਂ ਕਿਸੇ ਤੋਂ ਓਹਲਾ ਕਰਕੇ ਲੰਘ ਸਕਦੇ ਹੋ, ਲੇਕਿਨ ਉੱਥੇ ਤੇ ਪੌਣੀ ਵੱਡੀ ਲੱਗਣੀ ਹੈ, ਚਾਹੇ ਬਰੀਕ ਛਾਨਣੀ ਛਾਨਣੀ। ਉੱਥੇ ਦੇ ਇੱਕ ਇੱਕ ਕਰਮ ਜਿਹੜੇ ਅਸੀਂ ਕੀਤੇ, ਜਿਹੜੇ ਅਸੀਂ ਇੱਥੇ ਤੇ ਕਿਸੇ ਨੂੰ ਆਖਾਂਗੇ ਮੈਂ ਨਹੀਂ ਕੀਤਾ ਜਾਂ ਮੈਂ ਨਹੀਂ ਮੰਨਦਾ, ਲੇਕਿਨ ਉੱਥੇ ਤੇ ਸਾਹਮਣੇ ਉਹਨੇ ਮਨਾਉਣੇ ਪੈਣੇ, ਕਿਉਂਕਿ ਉਹ ਜਿਹੜਾ ਜਿਹਨੇ ਕਰਨ ਵਾਲਾ ਹੈ ਉਹ ਸਾਡੇ ਹਿਰਦੇ 'ਚ ਬੈਠਾ, ਜਿਹਨੇ ਜਾ ਕੇ ਦੱਸਣਾ ਹੈ। ਆਤਮਾ, ਜਿਹੜੀ ਆਤਮਾ ਸਾਡੇ ਕਰਮ ਕਰ ਰਹੀ ਹੈ। ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਿੰਨੇ ਵੀ ਸਾਡੇ ਚੰਗੇ ਤੇ ਮਾੜੇ ਕਰਮ ਨੇ, ਜਾਂ ਤੇ ਰੱਬ ਜਾਣਦਾ ਜਾਂ ਅਸੀਂ ਖੁਦ ਜਾਣਦੇ, ਉਹ ਸਾਡੀ ਆਤਮਾ ਜਾਣਦੀ ਹੈ। ਤੇ ਜਿਹੜੀ ਆਤਮਾ ਨੇ ਜਾ ਕੇ ਦੱਸਣਾ ਵੀ ਆਹ ਕਰਮ ਕੀਤੇ ਆ, ਤੇ ਮੁੜ ਕੇ ਉੱਥੇ ਕੌਣ ਜਵਾਬ ਦਊਗਾ? ਸਾਰਾ ਕੁਝ ਸਾਹਮਣੇ ਹੋਣਾ। ਸਾਹਿਬ ਕਹਿਣ ਲੱਗੇ ਆਪੇ ਹੀ ਕੀਤਾ ਪਾਵਣਾ, ਰਾਹ ਭੀੜਿਆ ਅੱਗੇ ਜਾਵਣਾ। ਹੁਕਮ ਕੀਏ ਮਨ ਭਾਵੰਦੇ, ਰਾਹ ਭੀੜਿਆ ਅੱਗੇ ਜਾਵਣਾ। ਜਦੋਂ ਗਲਤ ਹੁਕਮ ਕਰਾਂਗੇ ਤੇ ਪਰਮਾਤਮਾ ਦੇ ਦਰ ਦੇ ਉੱਤੇ ਜੋ ਰਸਤੇ ਜਾਣਾ, ਭੀੜੇ ਰਸਤੇ 'ਤੇ ਜਾਣਾ ਪੈਣਾ, ਉਹਦੇ ਸਾਰੇ ਨੂੰ ਇੱਕ ਬਰਾਬਰ ਲੰਘਣਾ ਪੈਣਾ ਹੈ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਜਦੋਂ ਕਿਉਂਕਿ ਸੰਸਾਰ ਦੇ ਉੱਤੇ, ਤਨ ਦੇ ਉੱਤੇ ਅਸੀਂ ਇੱਕ ਕੱਪੜਾ ਤੱਕ ਨਹੀਂ ਲੈ ਕੇ ਆਏ, ਤੇ ਨੰਗੇ ਆਉਣੇ ਤੇ ਨੰਗੇ ਚਲੇ ਜਾਣਾ ਹੈ। ਅੱਗ ਦੇ ਵਿੱਚ ਸਾੜ ਕੇ ਸੁਆਹ ਹੋ ਕੇ ਜਦੋਂ ਸੰਸਾਰ ਦੇ ਉੱਤੋਂ ਆਤਮਾ ਨੇ ਪਹਿਲਾਂ ਨਿਕਲ ਜਾਣਾ ਹੈ, ਤੇ ਜਦੋਂ ਆਤਮਾ ਪਰਮਾਤਮਾ ਦੇ ਦਰ ਦੇ ਉੱਤੇ ਜਾ ਕੇ ਜੀਵ ਆਤਮਾ ਨੰਗੀਆਂ ਹੋਣਾ, ਨੰਗੇ ਤਨ ਦੇ ਨੰਗੇ ਹੋਣ ਦੀ ਗੱਲ ਨਹੀਂ, ਨੰਗੇ ਕਰਮਾਂ ਦੀ ਗੱਲ ਹੈ। ਜੋ ਕਰਮ ਨੰਗੇ ਉਗੜ ਉਗੜ ਕੇ ਸਾਡੇ ਸਾਹਮਣੇ ਹੋਏ ਕਿ ਮੈਂ ਆਹ ਕਰਤੂਤਾਂ ਕੀਤੀਆਂ ਸੰਸਾਰ ਦੇ ਵਿੱਚ ਰਹਿੰਦਿਆਂ, ਮੈਂ ਕਿਸੇ ਦਾ ਮਾੜਾ ਕੀਤਾ, ਕਿਸੇ ਨਾਲ ਈਰਖਾ ਕੀਤੀ, ਨਿੰਦਿਆ ਕੀਤੀ, ਚੁਗਲੀ ਕੀਤੀ, ਮਾੜੇ ਕਰਮ ਜਦੋਂ ਸਾਹਮਣੇ ਆਏ ਫਿਰ ਕੀ ਹੋਣਾ? ਸ਼ਰਮਿੰਦਿਆਂ ਹੋਣਾ ਨਾ। ਜੇ ਮੈਂ ਕਿਸੇ ਦਾ ਭਲਾ ਨਹੀਂ ਕੀਤਾ, ਮਾੜਾ ਹੀ ਕੀਤਾ ਆ, ਤੇ ਫਿਰ ਉੱਥੇ ਸ਼ਰਮਿੰਦੇ ਹੀ ਹੋਣਾ। ਹੋਰ ਉੱਥੇ ਹੋਰ ਹੋਣਾ ਕੀ ਹੈ? ਫਿਰ ਉੱਥੇ ਸ਼ਰਮ ਆਉਣੀ ਕਿ ਮੈਂ, ਮੇਰੇ ਪੱਲੇ ਕੀ ਹੈ, ਮੈਂ ਕੀ ਲੈ ਕੇ ਅੱਗੇ ਜਾਵਾਂ, ਕੀ ਮਾਲਕ ਨੂੰ ਦਿਖਾਵਾਂ ਕਿ ਮੇਰੇ ਕੋਲ ਹੈ ਕੀ ਆ, ਕਿਹੜੀ ਚੀਜ਼ ਮੈਂ ਕਮਾਈ ਹੈ, ਜਿਹੜੀ ਚੀਜ਼ ਮੈਂ ਅੱਗੇ ਮਾਲਕ ਦੇ ਦਰ 'ਤੇ ਰੱਖਾਂਗੇ, ਜਿਹਦੇ ਕਰਕੇ ਮੈਨੂੰ ਮਾਲਕ ਆਪਣੇ ਦਰ 'ਤੇ ਪ੍ਰਵਾਨ ਕਰ। ਨਹੀਂ ਤੇ ਨੰਗਾ ਦੋਜਕ ਚਾਲਿਆ, ਦੋਜਕ ਤੋਂ ਭਾਵੇਂ ਨਰਕਾਂ ਦੀ ਅੱਗ ਦੇ ਵਿੱਚ ਸੜਨਾ ਪੈਣਾ। ਫਿਰ ਨੰਗੀਆਂ ਹੋ ਕੇ ਸੜਨਾ ਹੀ ਪੈਣਾ। ਫਿਰ ਦੇਖੋ ਕੋਈ ਸਾੜਨ ਵਾਲੀ ਕੋਈ ਜਗ੍ਹਾ ਨਹੀਂ ਹੈਗੀ, ਲੇਕਿਨ ਗੁਰੂ ਪਾਤਸ਼ਾਹ ਸਮਝਾਇਆ ਆ ਕਿ ਜਦੋਂ ਭਲਿਆ ਤੂੰ ਨੰਗਾ ਹੋ ਕੇ ਮਾਲਕ ਦੇ ਦਰ ਦੇ ਉੱਤੇ ਤੇਰੇ ਗੁਨਾਹ ਨੰਗੇ ਹੋਏ, ਜਦੋਂ ਚੋਰ ਬਣ ਕੇ ਤੂੰ ਸਾਹਮਣੇ ਪ੍ਰਗਟ ਹੋਇਆ, ਤੇ ਫਿਰ ਕੀ ਮੂੰਹ ਦਿਖਾਵੇਂਗਾ ਪਰਮਾਤਮਾ ਨੂੰ? ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਫਿਰ ਆਪਣੇ ਆਪ ਨੂੰ ਡਰ ਆਉਣਾ ਕਿ ਮੈਂ ਹੁਣ ਕੀ ਮੂੰਹ ਲੈ ਕੇ ਜਾਵਾਂ, ਜਾਂ ਹੁਣ ਜਿਹੜੀ ਮੈਨੂੰ ਸਜ਼ਾ ਮਿਲਣੀ ਹੈ ਉਹ ਕਿਵੇਂ ਮਿਲਣੀ ਹੈ। ਫਿਰ ਦੇਖੋ ਜਦੋਂ ਇਨਸਾਨ ਗੁਨਾਹ ਕਰਦਾ ਹੈ ਨਾ, ਤੇ ਉਦੋਂ ਡਰ ਉਦੋਂ ਮਨ 'ਚ ਆਉਂਦਾ ਵੀ ਇੱਕ ਵਾਰੀ ਕਿ ਮੈਂ ਨਾ ਕਰਾਂ, ਇਹਦੀ ਸਜ਼ਾ ਬੜੀ ਮਾੜੀ ਹੈ। ਦੁਨੀਆਦਾਰੀ ਦੇ ਤੌਰ ਦੇ ਉੱਤੇ ਜੇ ਪੁਲਿਸ ਨੇ ਕੁੱਟਿਆ ਤੇ ਉਹਨੇ ਕੁੱਟ-ਕੁੱਟ ਕੇ ਲਾਸ਼ਾਂ ਪਾ ਦੇਣੀਆਂ, ਉਹ ਵੀ ਮਾੜੀਆਂ।
ਉਹ ਵੀ ਡਰ ਆਉਂਦਾ ਹੈ ਨਾ। ਜੇ ਦੁਨੀਆਦਾਰੀ ਤੌਰ ਦੇ ਉੱਤੇ ਕੋਈ ਗਲਤ ਕੰਮ ਕਰ ਲੈਂਦਾ, ਬਦਨਾਮੀ ਹੋ ਜਾਂਦੀ ਹੈ, ਤੇ ਸੰਸਾਰ ਦੇ ਅੰਦਰ ਮੂੰਹ ਦਿਖਾਉਣ ਜੋਗਾ ਨਹੀਂ ਕੋਈ ਰਹਿੰਦਾ। ਤੇ ਜੇਕਰ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ, ਗਲਤ ਕੰਮ ਕਰਾਂਗੇ, ਪਰਮਾਤਮਾ ਦੇ ਦਰ ਦੇ ਉੱਤੇ ਜਾਵਾਂਗੇ, ਤੇ ਪਰਮਾਤਮਾ ਅੱਗੇ ਜਿਹਦੇ ਸਾਹਮਣੇ ਸਾਰੇ ਪਾਪ ਉਗੜ ਜਾਣਗੇ, ਤੇ ਉੱਥੇ ਕੀ ਮੂੰਹ ਦਿਖਾਵਾਂਗੇ। ਤੇ ਸਾਹਿਬ ਕਹਿਣ ਲੱਗੇ, ਕਰ ਔਗਣ ਪਛੋਤਾਵਣ। ਜੇਕਰ ਅਸੀਂ ਗੁਨਾਹ ਕਰਦੇ ਹਾਂ ਤੇ ਕੇਵਲ ਤੇ ਕੇਵਲ ਪਛਤਾਵਾ ਹੀ ਰਹਿ ਜਾਣਾ, ਕੇਵਲ ਤੇ ਕੇਵਲ ਪਛਤਾਉਣਾ ਪੈਣਾ ਹੈ। ਇਸ ਕਰਕੇ ਔਗਣ ਕਰਨ ਦੀ ਨੌਬਤ ਹੀ ਨਾ ਜੀਵਨ ਦੇ ਵਿੱਚ ਲਿਆਈਏ। ਦੇਖੋ, ਇਹ ਚੀਜ਼ਾਂ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰੋਜ਼ ਆਸਾ ਕੀ ਵਾਰ ਦੇ ਵਿੱਚ ਇਹ ਇੱਕ ਇੱਕ ਗੱਲ ਸਾਨੂੰ ਸਮਝਾਉਣਾ ਕੀਤੀ ਹੈ। ਕਿਹੜੀ ਕਿਹੜੀ ਗੱਲ ਉਹਨਾਂ ਨੇ ਨਹੀਂ ਦੱਸਣਾ ਕੀਤੀ। ਅਸੀਂ ਅੱਜ 14 ਪੌੜੀਆਂ ਤੱਕ ਵਿਚਾਰ ਕਰ ਚੁੱਕੇ ਹਾਂ। ਹਰੇਕ ਪੌੜੀ ਵਿੱਚ ਇੱਕ ਇੱਕ ਪੌੜੀ ਵਿੱਚ ਕਿੰਨੇ ਕਿੰਨੇ ਕੰਸੈਪਟ ਆ ਰਹੇ ਨੇ, ਕਿੰਨੀਆਂ ਕਿੰਨੀਆਂ ਗੱਲਾਂ, ਕਿੰਨੇ ਕਿੰਨੇ ਸਿਧਾਂਤ ਗੁਰਦੇਵ ਪਾਤਸ਼ਾਹ ਸਮਝਾਉਂਦੇ ਪਏ ਨੇ। ਤੇ ਬਿਲਕੁਲ ਸਾਹਮਣੇ, ਆਮੋ ਸਾਹਮਣੇ, ਇਹ ਨਹੀਂ ਕਿ ਕੋਈ ਮਿੱਠੇ ਦੇ ਵਿੱਚ ਲਪੇਟ ਕੇ ਦਿੰਦੇ ਪਏ ਨੇ, ਬਿਲਕੁਲ ਸਪਸ਼ਟ ਆਖਦੇ ਪਏ ਨੇ ਕਿ ਭਲਿਆ ਆਹ ਨਹੀਂ ਤੇ ਆਹ ਕਰਨਾ ਪੈਣਾ ਹੈ ਜੀਵਨ ਦੇ ਵਿੱਚ। ਰੋਜ਼ਾਨਾ ਤੂੰ ਆਸਾ ਕੀ ਵਾਰ ਪੜ੍ਹ ਜਾਂ ਸੁਣ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰ, ਤਾਂ ਤੇਰੇ ਜੀਵਨ ਦੇ ਵਿੱਚ ਤਬਦੀਲੀ ਆ ਸਕੇ, ਤੇਰੇ ਜੀਵਨ ਦੇ ਅੰਦਰ ਹਲੇਮੀ ਆ ਸਕੇ, ਸ਼ੁਭ ਗੁਣ ਆ ਸਕਣ, ਕਰਮ ਕਾਂਡਾਂ ਤੋਂ ਬਚ ਸਕੀਏ। ਹੁਣ ਕਿਵੇਂ ਕਿਵੇਂ ਕਰਮ ਕਾਂਡਾਂ ਤੋਂ ਬਚਣ ਵਾਸਤੇ ਪ੍ਰੇਰਨਾ ਦਿੰਦੇ ਨੇ, ਉਹ ਅਗਲੀ ਜਿਹੜੀ ਪੌੜੀ ਹੈ 15ਵੀਂ ਪੌੜੀ ਦੇ ਵਿੱਚ ਸਾਹਿਬਾਂ ਨੇ ਇਹ ਗੱਲਾਂ ਸਮਝਾਉਣੀਆਂ ਕੀਤੀਆਂ ਨੇ। ਉਸ ਦੀ ਵਿਚਾਰ ਕੱਲ੍ਹ ਦੇ ਦੀਵਾਨ ਦੇ ਅੰਦਰ ਕੀਤੀ ਜਾਵੇਗੀ। ਸੱਚੇ ਪਾਤਸ਼ਾਹ ਰਹਿਮਤ ਕਰਨ, ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ